ਗੁਰਬਾਣੀ ਵਿਆਕਰਨ ਕਲਾਸ ਦੇ ਸਾਰੇ ਹੀ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਵੰਤ ਜੀ ਅਤੇ ਭਾਈ ਸੱਤਾ ਜੀ ਦੇ ਮੁਖਾਰਬਿੰਦ ਤੋਂ ਆਖੀ ਰਾਮਕਲੀ ਕੀ ਵਾਰ ਦੀ ਚੌਥੀ ਪੌੜੀ ਦੀ ਸੰਥਿਆ ਅਤੇ ਵਿਚਾਰ ਇਸ ਪ੍ਰਕਾਰ ਹੈ। ਹੋਰਿਓਂ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ। ਹੋਰਿਓਂ ਊੜੇ ਦਾ ਉਚਾਰਨ ਨਾਸਕੀ ਹੋਏਗਾ ਬਿੰਦੀ ਨਾਲ। ਹੋਰਿਓਂ ਗੰਗ ਵਹਾਈਐ ਐੜੇ ਨੂੰ ਦਲਾਮਾ, ਵਹਾਈਐ ਨਹੀਂ ਵਹਾਈਐ, ਇੱਥੇ ਵਿਸਰਾਮ ਦੇਣਾ ਹੈਗਾ, ਅਰਧ ਵਿਸਰਾਮ। ਦੁਨਿਆਈ ਆਖੈ ਕਿ ਕਿਉਂ, ਇਹਨੂੰ ਆਖੇ ਨਹੀਂ ਬੋਲਣਾ, ਆਖੈ ਬੋਲਣਾ ਦਲਾਵਾਂ ਦੇ ਨਾਲ, ਤੇ ਇੱਥੇ ਹਲਕਾ ਜਿਹਾ ਪੌਜ਼ ਲੱਗ ਜਾਏਗਾ ਕਿ ਕਿਉਂ। ਤੇ ਇੱਥੇ ਕੱਕੇ ਦੀ ਸਿਆਰੀ ਹੈ, ਕੇ ਨਹੀਂ ਬੋਲਣਾ, ਕਿ ਕ ਕੋ ਛੋਟੀ ਇੱਕੀ ਮਾਤਰਾ ਕਿ ਕਿਉਂ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਵਿਰਕਿਉਂ। ਨਾਨਕ ਇੱਥੇ ਰੁਕਣਾ ਨਹੀਂ ਹੈ, ਨਾਨਕ ਨਹੀਂ ਹੈ, ਇੱਥੇ ਲੁਪ ਸੰਬੰਧਕ ਹੈ ਨੇ, ਇਸ ਕਰਕੇ ਇਕੱਠੇ ਹੀ ਬੋਲਣਾ ਹੈ। ਨਾਨਕ ਈਸ਼ਰ ਜਗਨਾਥ, ਤੇ ਈਸ਼ਰ ਬੋਲਣਾ, ਈਸ਼ਰ ਕੋਈ ਸ਼ਬਦ ਨਹੀਂ ਹੈ, ਈਸ਼ਰ। ਈਸ਼ਰ ਮੈਨੇ ਐਸ਼ਵਰਸ ਵਿੱਚ ਸੰਪੰਨ, ਐਸ਼ਵਰਸ ਦਾ ਮਾਲਕ, ਜਿਹਨੂੰ ਅਸੀਂ ਈਸ਼ਵਰ ਵੀ ਕਹਿੰਦੇ ਹਾਂ, ਇੱਥੇ ਸ਼ਾਰਟ ਫਾਰਮ ਚ ਆਇਆ ਈਸ਼ਰ ਸ਼ਸ਼ੇ ਦੇ ਨਾਲ। ਜਗਨਾਥ, ਇਹਨੂੰ ਜਗਨਨਾਥ ਨਹੀਂ ਬੋਲਣਾ, ਜਗਨਾਥ। ਜਗ ਮੈਨੇ ਸੰਸਾਰ, ਜਗਤ, ਨਾਥ ਮੈਨੇ ਮਾਲਕ, ਜਗਤ ਦਾ ਮਾਲਿਕ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਵਿਰਕਿਉਂ, ਇਹਨੂੰ ਉੱਚ ਹੱਦੀ ਪੜ੍ਹਨਾ, ਪਾਓ ਉੱਚੀ ਹੱਦ ਵਾਲੀ, ਤਾਂ ਇਹਦਾ ਸ਼ੁੱਧ ਅਰਥ ਨਿਕਲੇਗਾ ਜਦੋਂ ਸ਼ੁੱਧ ਉਚਾਰਨ ਹੋਏਗਾ। ਉੱਚ ਹੱਦੀ ਵੈਣ ਵਿਰਕਿਉਂ। ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਉਂ, ਇਹਨੂੰ ਮਧਾਣਾ ਨਹੀਂ ਬੋਲਣਾ, ਮਾਧਾਣਾ ਉਚਾਰਨ ਕਰਨਾ ਹੈ ਮੰਮੇ ਨੂੰ ਕੰਨੇ ਨਾਲ। ਮਾਧਾਣਾ ਪਰਬਤ ਕਰ, ਕਰ ਤੇ ਰੁਕਣਾ ਹੈਗਾ। ਨੇਤਰ ਬਾਸ਼ਕ, ਇਹਨੂੰ ਨੇਤਰ ਅੱਧਾ ਰ ਉਚਾਰਨ ਹੋਏਗਾ। ਬਾਸ਼ਕ ਸ਼ਸ਼ੀ ਨਾਲ, ਬਾਸਕ ਲਫ਼ਜ਼ ਨਹੀਂ, ਬਾਸ਼ਕ। ਇੱਥੇ ਫਿਰ ਹਲਕਾ ਜਿਹਾ ਰੁਕਣਾ ਹੈਗਾ। ਸ਼ਬਦ ਰਿੜਕਿਉਂ, ਸ਼ਬਦ ਪਾਠ ਹੈ ਸ਼ੁੱਧ, ਤੇ ਰਿੜਕਿਉਂ ਇਹ ਯਾਦ ਰੱਖਣਾ ਵੀ ਓਨ ਜਦੋਂ ਬੋਲਣਾ ਹੈ, ਉਨ ਨਹੀਂ ਬੋਲਣਾ, ਓਨ ਬੋਲਣਾ, ਊੜੇ ਨੂੰ ਹੋੜਾ ਲੱਗ ਕੇ। ਓਨ, ਕਿਉਂ, ਵਿਰਕਿਉਂ, ਰਿੜਕਿਉਂ, ਇਹ ਸਾਰੇ ਓਨ ਆਏਗੇ। 14 ਰਤਨ ਨਿਕਾਲਿयन ਕਰ ਆਵਾ ਗਾਉਣ ਚਿਲਕਿਉਂ। 14 ਰਤਨ ਨਿਕਾਲਿयन, ਲੱਲੇ ਨੂੰ ਸਿਆਰੀ ਨਾਲ ਬੋਲਣਾ, ਨਿਕਾਲਿयन ਨਹੀਂ ਨਿਕਾਲਿयन। ਇੱਥੇ ਫਿਰ ਹਲਕਾ ਜਿਹਾ ਰੁਕਣਾ ਹੈਗਾ। ਕਰ ਆਵਾ ਗਾਉਣ ਬੋਲਣਾ, ਗਾਉਣ ਨਹੀਂ ਗਾਉਣ, ਚਿਲਕਿਉਂ। ਕੁਦਰਤ ਇਹ ਵਿਖਾਲੀਅਨ ਜਿਣ ਐਵਡ ਪਿੰਡ ਖਿੜਕਿਉਂ। ਹਾਂਜੀ, ਇਹਨੂੰ ਵਿਖਾਲੀਅਨ, ਲੱਲੇ ਨੂੰ ਦਿਹਾੜੀ ਨਾਲ ਉਚਾਰਨ ਹੋਏਗਾ, ਵਿਖਾਲੀਅਨ। ਜਿਣ ਐਵਡ ਪਿੰਡ ਖਿੜਕਿਉਂ, ਹਾਂਜੀ, ਇਹਨੂੰ ਜਿਣ ਨਹੀਂ ਬੋਲਣਾ, ਜਣ ਬੋਲਣਾ ਅਣਾਣੇ ਦੇ ਨਾਲ, ਜਿਣ ਐਵਡ ਪਿੰਡ, ਜਿਹੜਾ ਪੱਪਾ ਨਾਸਕੀ ਉਚਾਰਨ ਨਾਲ ਆਏਗਾ। ਕਈ ਇੱਥੇ ਇਹਨੂੰ ਪਿੜ ਵੀ ਕਹਿੰਦੇ ਨੇ, ਵੀ ਪਿੜ ਵਾਸਤੇ ਹੈ, ਪਿੜ ਵਾਸਤੇ ਨਹੀਂ, ਪਿੰਡ ਵਾਸਤੇ ਹੈ। ਪਿੰਡ ਮੈਨੇ ਸਰੀਰ। ਪ੍ਰਮਾਣਿਕ ਜਿਹੜੀਆਂ ਹੱਥ ਲਿਖਤ ਪੀੜਾਂ ਨੇ, ਪ੍ਰਮਾਣਿਕ ਹੱਥ ਲਿਖਤ ਪੀੜਾਂ ਦੇ ਵਿੱਚ ਪੱਪੇ ਉੱਪਰ ਟਿੱਪੀ ਪਾਈ ਹੋਈ ਹੈ, ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਪਈਆਂ ਹੋਈਆਂ ਨੇ, ਸਾਡੇ ਆਗੂਆਂ ਨੇ ਸਾਂਭੀਆਂ ਹੋਈਆਂ ਨੇ। ਉੱਥੇ ਪੱਪੇ ਨੂੰ ਟਿੱਪੀ ਪਾਈ ਹੱਥ ਲਿਖਤ ਪੀੜਾਂ ਵਿੱਚ, ਪਰ ਛਾਪੇ ਵਾਲੀਆਂ ਪੀੜਾਂ ਵਿੱਚ ਪੱਪੇ ਤੇ ਟਿੱਪੀ ਨਹੀਂ ਹੈ। ਜੇ ਟਿੱਪੀ ਨਹੀਂ ਤੇ ਅਸੀਂ ਤਾਂ ਵੀ ਇਹਦਾ ਨਾਸਕੀ ਉਚਾਰਨ ਕਰਾਂਗੇ, ਤੇ ਤਾਂ ਸ਼ੁੱਧ ਇਹਦਾ ਅਰਥ ਪਿੰਡ ਨਿਕਲੇਗਾ। ਇਸ ਕਰਕੇ ਇਹਦਾ ਨਾਸਕੀ ਉਚਾਰਨ ਕਰਨਾ ਪਏਗਾ ਬਿੰਦੀ ਨਾਲ। ਜਿਣ ਐਵਡ ਪਿੰਡ ਠਿੜਕਿਉਂ, ਲੈਣੇ ਧਰਿਉਂ ਛਤਰ ਸਿਰ ਅਸਮਾਨ ਕਿਆੜਾ ਛਿਕਿਉਂ। ਛਤਰ ਅੱਧਾ ਰ ਤੇ ਸਿਰ ਤੇ ਹਲਕਾ ਜਿਹਾ ਰੁਕਣਾ ਹੈਗਾ। ਇਹਨੂੰ ਆਸਮਾਨ ਦੀ ਬਜਾਏ ਅਸਮਾਨ ਬੋਲਣਾ ਹੈ, ਅਸਮਾਨ ਕਿਆੜਾ ਛਿਕਿਉਂ। ਜੋਤ ਸਮਾਣੀ ਜੋਤ ਮਾਹੀ ਆਪ ਆਪੈ ਸਿੱਤੀ ਮਿਕਿਉਂ। ਜੋਤ ਸਮਾਣੀ ਜੋਤ ਮਾਹੀ, ਇੱਥੇ ਨਾਸਕੀ ਉਚਾਰਨ ਮਾਹੀ ਦਾ ਹੈ, ਤੇ ਇੱਥੇ ਹਲਕਾ ਜਿਹਾ ਰੁਕਣਾ ਹੈਗਾ, ਪੌਜ਼। ਆਪ ਆਪੈ, ਪੱਪੇ ਨੂੰ ਦਲਾਵਾਂ ਦੇ ਨਾਲ, ਲਾ ਨਹੀਂ ਬੋਲਣੀ, ਦਲਾਵਾਂ ਬੋਲਣੀਆਂ ਨੇ। ਆਪ ਆਪੈ ਸਿੱਤੀ ਮਿਕਿਉਂ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਜੇ ਕਿਉਂ। ਹਾਂਜੀ, ਕੋਖ ਕੈ, ਕੇ ਨਹੀਂ ਬੋਲਣਾ, ਕੈ ਕੱਕੇ ਨੂੰ ਦਲਾਵਾਂ ਨਾਲ ਇਹਦਾ ਉਚਾਰਨ ਕਰਨਾ ਹੈ। ਸਭ ਉਮਤ, ਉਮਤ ਊੜੇ ਤੇ ਅੱਧਕ ਦਾ ਉਚਾਰਨ ਹੋਏਗਾ। ਸਭ ਉਮਤ ਵੇਖੋ, ਇੱਥੇ ਫਿਰ ਹਲਕਾ ਜਿਹਾ ਰੁਕਣਾ ਹੈ। ਜੇ ਕਿਉਂ, ਜੱਜੇ ਨੂੰ ਸਿਆਰੀ ਬੋਲਣੀ ਹੈ, ਲਾ ਨਹੀਂ, ਜੇ ਨਹੀਂ ਬੋਲਣਾ, ਜੇ ਜ ਕੋ ਛੋਟੇ ਈ ਕੀ ਮਾਤਰਾ,
ਜੇ ਕਿਉਂ ਸਭ ਉਮਤ ਵੇਖੋ, ਜੇ ਕਿਉਂ ਜਾਂ ਸੁਧੋਸ ਤਾਂ ਲੈਣਾ ਟਿਕਿਉਂ। ਸੁਧੋਸ ਤੇ ਹਲਕਾ ਜਿਹਾ ਪੌਜ਼ ਦੇਣਾ ਹੈ, ਰੁਕਣਾ ਹੈਗਾ, ਜਾਂ ਸੁਧੋਸ ਤਾਂ ਲੈਣਾ ਟਿਕਿਉਂ। ਇਹਦੇ ਅਰਥ ਵੀ ਵਿਚਾਰ ਲਈਏ। ਹੋਰਿਓ ਗੰਗ ਵਹਾਈਐ, ਦੁਨਿਆਈ ਅੱਖ ਹੈ ਕਿ ਕਿਉਂ। ਹੋਰਿਓ ਮੈਨੇ ਹੋਰੋਂ ਹੀ, ਹੋਰ ਪਾਸਿਓਂ ਹੀ ਗੰਗਾ ਵਹਾ ਦਿੱਤੀ। ਵਹਾਈਐ ਐੜੇ ਦੇ ਦਲਾਵਾਂ ਲੱਗੀਆਂ ਹੋਈਆਂ ਨੇ, ਵਹਾਈਆ ਉਚਾਰਨ ਹੋਏਗਾ। ਭਾਵ ਹੋਰੋਂ ਹੀ ਗੰਗਾ ਵਹਾ ਦਿੱਤੀ, ਭਾਵ ਉਲਟੀ ਗੰਗਾ ਵਹਾ ਦਿੱਤੀ। ਕਿੱਥੇ ਗੰਗਾ ਗੰਗੋਤਰੀ ਚੋਂ ਆਉਂਦੀ ਹੈ, ਪਰ ਇੱਥੇ ਉਲਟੀ ਚੱਲ ਪਈ। ਹੋਰਿਓ ਗੰਗ ਵਹਾਈਐ, ਹੋਰ ਪਾਸੇ ਗੰਗਾ ਵਹਾ ਦਿੱਤੀ। ਕਿੰਨੇ? ਗੁਰੂ ਨਾਨਕ ਸਾਹਿਬ ਜੀ ਨੇ। ਦੁਨਿਆਈ ਅੱਖ ਹੈ, ਦੁਨੀਆ ਆਖਦੀ ਹੈ ਕਿ ਕਿਉਂ ਆ ਕੀ ਕੀਤਾ, ਕੀ ਕੀਤਾ? ਕੁਝ ਅਜੀਬ ਕਰ ਦਿੱਤਾ, ਕੁਝ ਦੁਨੀਆ ਨੂੰ ਅਦਭੁਤ ਦੇ ਦਿੱਤਾ। ਨਾਨਕ ਈਸ਼ਰ ਜਗਨਾਥ, ਗੁਰੂ ਨਾਨਕ ਸਾਹਿਬ ਜੀ ਨੇ, ਜਿਹੜੇ ਈਸ਼ਰ ਨੇ, ਜਗਤ ਦੇ ਨਾਥ ਨੇ, ਮਾਲਕ ਨੇ, ਉਹਨਾਂ ਨੇ ਕੀ ਕੀਤਾ? ਕੀ ਉਲਟੀ ਗੰਗਾ ਵਹਾਈ? ਉੱਚ ਹੱਦੀ ਵੈਣ ਵਿਰਕਿਉਨ, ਹੱਦ ਤੋਂ ਉੱਚਾ, ਵੈਣ ਮੈਨੇ ਬੋਲ, ਹੱਦ ਤੋਂ ਉੱਚਾ ਬੋਲ ਬੋਲ ਦਿੱਤਾ ਉਹਨਾਂ ਨੇ। ਵਿਰਕਿਉਨ ਮੈਨੇ ਬੋਲਿਆ। ਉਹਨਾਂ ਨੇ ਉੱਚ ਪੱਧਰ ਦੀ ਗੱਲ ਕੀਤੀ, ਉੱਚ ਪਾਏ ਦੀ ਗੱਲ ਕਰ ਦਿੱਤੀ, ਭਾਵੇਂ ਇੱਕ ਉੱਚੇ ਹੱਦ ਦਾ ਬੋਲ ਦੁਨੀਆ ਨੂੰ ਦੇ ਦਿੱਤਾ। ਨਾਨਕ ਈਸ਼ਰ ਜਗਨਾਥ, ਉੱਚ ਹੱਦੀ ਵੈਣ ਵਿਰਕਿਉਨ। ਭਾਵ ਗੁਰੂ ਨਾਨਕ ਪਾਤਸ਼ਾਹ ਜਿਹੜੇ ਜਗਤ ਦੇ ਮਾਲਕ ਨੇ, ਈਸ਼ਵਰ ਨੇ, ਨਾਥ ਨੇ, ਉਹਨਾਂ ਨੇ ਹੱਦ ਦਾ ਉੱਚਾ ਬੋਲ ਬੋਲਿਆ ਹੈ। ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਉਨ। ਉਹਨਾਂ ਨੇ ਕੀ ਕੀਤਾ? ਗੁਰੂ ਨਾਨਕ ਸਾਹਿਬ ਜੀ ਨੇ ਉੱਚੀ ਸੁਰਤੀ ਨੂੰ ਮਧਾਣਾ ਬਣਾ ਲਿਆ। ਜਿਵੇਂ ਪੁਰਾਣਿਕ ਕਹਾਣੀ ਆਉਂਦੀ ਹੈ ਕਿ ਦੇਵਤਿਆਂ ਨੇ ਕੀ ਕੀਤਾ? ਪਰਬਤ ਨੂੰ ਮਧਾਣੀ ਬਣਾ ਕੇ, ਸ਼ੇਸ਼ਨਾਗ ਦਾ ਰੱਸਾ ਬਣਾ ਕੇ ਉਹਦੇ ਨਾਲ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ ਬਹੁਤ ਕੁਝ ਨਿਕਲਿਆ। ਪਰ ਇੱਥੇ ਭਾਈ ਸੱਤਾ ਜੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਸਮੁੰਦਰ ਰਿੜਕਿਆ ਗੁਰੂ ਨਾਨਕ ਸਾਹਿਬ ਜੀ ਨੇ, ਉਹ ਸਮੁੰਦਰ ਸੀ ਸ਼ਬਦ ਦਾ। ਆਹ ਹੈ ਅਸਲ ਰਿੜਕਣਾ। ਸ਼ਬਦ ਨੂੰ ਰਿੜਕਿਆ, ਆਪਣੀ ਉੱਚੀ ਸੁਰਤ ਦਾ, ਸੁਮੇਰ ਪਰਬਤ ਦਾ ਮਧਾਣਾ ਬਣਾ ਦਿੱਤਾ। ਮਧਾਣਾ ਪਰਬਤ ਕਰ ਨੇਤਰ ਬਾਸ਼ਕ, ਨੇਤਰ ਚ ਕੀ ਪਾਇਆ? ਬਾਸ਼ਕ ਮੈਨੇ ਨਾਗ, ਜਿਵੇਂ ਉਹਨਾਂ ਨਾਗ ਪਾਇਆ ਸੀ, ਇੱਥੇ ਮਨ ਰੂਪੀ ਸੱਪ ਨੂੰ ਨੇਤਰਾ ਬਣਾ ਲਿਆ, ਭਾਵ ਮਨ ਨੂੰ ਕਾਬੂ ਚ ਕਰ ਲਿਆ। ਸ਼ਬਦ ਰਿੜਕਿਉਨ, ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ। ਤੇ ਇਸ ਸ਼ਬਦ ਸਮੁੰਦਰ ਵਿੱਚੋਂ ਕੀ ਨਿਕਲਿਆ? ਜਿਵੇਂ ਪੁਰਾਣਿਕ ਕਹਾਣੀ ਦੇ ਮੁਤਾਬਕ 14 ਰਤਨ ਨਿਕਲੇ ਸੀ, ਇੱਥੇ ਭਾਈ ਸੱਤਾ ਜੀ ਕਹਿਣ ਲੱਗੇ 14 ਰਤਨ ਨਿਕਲੇ ਗੁਣਾ ਰੂਪੀ। 14 ਰਤਨ ਨਿਕਾਲੇ ਕਰ ਆਵਾ ਗੌਣ ਚਿਲਕਿਉਣ। ਇਹ ਉਹ ਵਾਲੇ 14 ਰਤਨ ਨਿਕਲੇ, ਭਾਵ ਸ਼ੁਭ ਗੁਣ ਨਿਕਲੇ, ਜਿਨ੍ਹਾਂ ਸ਼ੁਭ ਗੁਣਾਂ ਨੇ ਕੀ ਕੀਤਾ? ਜਿਹੜਾ ਆਵਾਗੁਣ, ਭਾਵ ਆਵਾਗੁਣ ਵਾਲਾ ਸੰਸਾਰ, ਇੱਥੇ ਗੌਣ ਦੇ ਨਾਣੇ ਨੂੰ ਔਂਕੜ ਹੈ, ਇਸ ਕਰਕੇ ਇਹ ਨਾਉ ਰੂਪ ਦੇ ਵਿੱਚ ਦਾ ਅਰਥ ਨਿਕਲੇਗਾ, ਭਾਵ ਸੰਸਾਰ, ਜਗਤ। ਚਿਲਕਿਉਣ ਮੈਨੇ ਚਿਲਕਾ ਦਿੱਤਾ, ਲਿਸ਼ਕਾ ਦਿੱਤਾ, ਸੁਖੀ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਨੂੰ ਰਿੜਕ ਕੇ ਗੁਣਾ ਰੂਪੀ ਰਤਨ ਪੈਦਾ ਕੀਤੇ। ਇਹਨਾਂ ਰਤਨਾਂ ਨੇ, ਗੁਣਾਂ ਨੇ ਇਸ ਜਗਤ ਨੂੰ ਸੋਹਣਾ ਬਣਾ ਦਿੱਤਾ। ਕੁਦਰਤ ਇਹ ਵਿਖਾਲੀਨ, ਜਿਣ ਐਵਡ ਪਿੰਡ ਠਿੜਕਿਉਣ। ਕੁਦਰਤ ਇਹ ਵਿਖਾਲੀਨ, ਇਹੋ ਜੀ ਕੁਦਰਤ ਮੈਨੇ ਸਮਰੱਥਾ, ਤਾਕਤ, ਇਹੋ ਜੀ ਤਾਕਤ ਗੁਰੂ ਨਾਨਕ ਸਾਹਿਬ ਨੇ ਵਿਖਾਈ ਕਿ ਜਿਣ ਮੈਨੇ ਜਿੱਤ ਕੇ, ਐਵਡ ਪਿੰਡ, ਏਡਾ ਵੱਡਾ ਪਿੰਡਾ, ਠਿਣਕਿਉਣ ਟੁਣਕਾਇਆ। ਮਾਨੋ ਜਿਵੇਂ ਕੋਈ ਨਵਾਂ ਭਾਂਡਾ ਲੈਣ ਜਾਏ ਤੇ ਇੱਕ ਵਾਰ ਟੁਣਕਾ ਕੇ ਦੇਖਦਾ ਵੀ ਪੱਕਾ ਹੈ ਕਿ ਕੱਚਾ ਹੈ, ਤੇ ਜਿਹਦੇ ਵਿੱਚੋਂ ਟੁਣਕਾਰ ਨਿਕਲੇ ਸਮਝ ਲਓ ਭਾਂਡਾ ਪੱਕ ਗਿਆ। ਜਿਵੇਂ ਮਾਨੋ ਪੁਰਾਣੇ ਜ਼ਮਾਨੇ 'ਚ ਲੋਕ ਸਿੱਕੇ ਨੂੰ ਟੁਣਕਾ ਕੇ ਦੇਖ ਦਿੰਦੇ ਸੀ, ਧਾਤ ਖੋਟੀ ਤੇ ਨਹੀਂ, ਕਿਉਂਕਿ ਖੋਟੀ ਧਾਤ ਵਿੱਚ ਟੁਣਕਾਰ ਨਹੀਂ ਹੁੰਦੀ, ਅਸਲੀ ਧਾਤ ਟੁਣਕਦੀ ਹੈ, ਆਵਾਜ਼ ਦਿੰਦੀ ਹੈ। ਜਿਣ ਐਵਡ ਪਿੰਡ ਠਿੜਕਿਉਣ ਮੈਨੇ ਟੁਣਕਾ ਕੇ ਜਿਵੇਂ ਵੇਖੀਦਾ, ਏਦਾਂ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਗੁਰੂ ਅੰਗਦ ਦੇ ਪਾਤਸ਼ਾਹ ਜਿਹੜੇ ਅਜੇ ਭਾਈ ਲਹਿਣਾ ਜੀ ਨੇ, ਭਾਈ ਲਹਿਣਾ ਜੀ ਦੇ ਪਿੰਡ ਨੂੰ ਟੁਣਕਾਇਆ। ਆਹ ਤਾਕਤ ਵਿਖਾਈ ਗੁਰੂ ਨਾਨਕ ਸਾਹਿਬ ਜੀ ਨੇ। ਜਿਣ ਐਵਡ ਪਿੰਡ ਠਿੜਕਿਉਣ, ਭਾਵ ਭਾਈ ਲਹਿਣੇ ਦਾ ਮਨ ਜਿੱਤ ਲਿਆ। ਜਿਣ ਮੈਨੇ ਜਿੱਤ ਲਿਆ, ਐਵਡ ਪਿੰਡ ਏਡੀ ਉੱਚੀ ਆਤਮਾ ਨੂੰ ਜਿੱਤ ਲਿਆ, ਏਡੀ ਉੱਚੀ ਆਤਮਾ ਠਿੜਕਿਉਣ, ਭਾਵ ਉਸ ਗੁਰੂ ਨਾਨਕ ਏਡੀ ਉੱਚੀ ਆਤਮਾ ਨੇ ਟੁਣਕਾ ਕੇ ਦੇਖਿਆ ਭਾਈ ਲਹਿਣਾ ਜੀ ਨੂੰ। ਤੇ ਜਦੋਂ ਟੁਣਕਾ ਕੇ ਦੇਖਿਆ, ਭਾਵ ਗੁਰੂ ਨਾਨਕ ਸਾਹਿਬ ਨੇ ਐਸੀ ਸਮਰੱਥਾ ਵਿਖਾਈ। ਕੁਦਰਤ ਇਹ ਵਿਖਾਲੇ, ਕੁਦਰਤ ਮੈਨੇ ਸਮਰੱਥਾ, ਇਹੋ ਜਿਹੀ ਤਾਕਤ ਵਿਖਾਈ। ਜਿਣ ਐਵਡ ਪਿੰਡ ਠਿੜਕਿਉਣ, ਜਿਨਨੇ
ਭਾਈ ਲਹਿਣਾ ਜੀ ਦਾ ਮਨ ਜਿੱਤ ਕੇ ਇੰਨੀ ਉੱਚੀ ਆਤਮਾ ਨੂੰ ਪਰਖਿਆ। ਇੱਥੇ ਆਤਮਾ, ਉੱਚੀ ਆਤਮਾ ਭਾਈ ਲਹਿਣਾ ਜੀ ਨੂੰ ਕਿਹਾ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ। ਤੇ ਲਹਿਣੇ ਤਰਿਉਣ ਛਤਰ ਸਿਰ, ਅਸਮਾਨ ਕਿਆੜਾ ਛਿਕਿਉਣ। ਫਿਰ ਕੀ ਕੀਤਾ? ਭਾਈ ਲਹਿਣਾ ਜੀ ਦੇ ਸਿਰ ਤੇ ਗੁਰਿਆਈ ਦਾ ਛਤਰ ਧਰ ਦਿੱਤਾ, ਭਾਵ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ। ਸਿੱਖੀ ਦੇ ਪ੍ਰਚਾਰ ਦੀਆਂ ਕਹਿ ਲਓ, ਸੱਚ ਦੇ ਪ੍ਰਚਾਰ ਦੀਆਂ ਕਹਿ ਲਓ, ਜਾਂ ਧਰਮ ਦੇ ਪ੍ਰਚਾਰ ਦੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ। ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਦਾ ਛਤਰ ਚਲਾ ਦਿੱਤਾ। ਅੱਜ ਤੋਂ ਬਾਅਦ ਇਸ ਪੂਰੀ ਕਾਇਨਾਤ ਵਿੱਚ ਸੱਚ ਦੇ ਪ੍ਰਚਾਰ ਦੀ ਤੁਹਾਡੀ ਜ਼ਿੰਮੇਵਾਰੀ ਹੈ। ਲਹਿਣੇ ਤਰਿਉਣ ਛਤਰ ਸਿਰ, ਔਰ ਪੂਰੇ ਜਗਤ ਵਿੱਚ ਛਤਰ ਫੈਲ ਗਿਆ, ਮਾਣ ਸਤਕਾਰ ਮਿਲ ਗਿਆ, ਸ਼ੋਭਾ ਹੋ ਗਈ। ਇੰਨੀ ਸ਼ੋਭਾ ਹੋਈ ਕਿ ਅਸਮਾਨ ਕਿਆੜਾ ਛਿਕਿਉਣ। ਕਿਆੜਾ ਮੈਨੇ ਗਿੱਚੀ ਗਰਦਨ, ਛਿਕਿਉਣ ਮੈਨੇ ਖਿੱਚਿਆ ਉਹਨੇ, ਭਾਵ ਉਹਨਾਂ ਦੀ ਸ਼ੋਭਾ ਅਸਮਾਨਾਂ ਤੱਕ ਪਹੁੰਚਾ ਦਿੱਤੀ, ਅਸਮਾਨਾਂ ਤੱਕ ਸ਼ੋਭਾ ਨੂੰ ਖਿੱਚ ਕੇ ਪਹੁੰਚਾ ਦਿੱਤਾ। ਲਹਿਣੇ ਤਰਿਉਣ ਛਤਰ ਸਿਰ, ਭਾਈ ਲਹਿਣਾ ਜੀ ਦੇ ਸੀਸ ਤੇ ਛਤਰ ਧਰਿਆ, ਮੈਨੇ ਮਾਣ ਸਤਕਾਰ ਦਿੱਤਾ, ਔਰ ਜ਼ਿੰਮੇਵਾਰੀ ਦਾ ਛਤਰ ਧਰ ਦਿੱਤਾ, ਮਾਣ ਸਤਕਾਰ ਅਦਬ ਦੇ ਦਿੱਤਾ, ਤੇ ਭਾਈ ਲਹਿਣਾ ਜੀ ਦੀ ਸ਼ੋਭਾ ਨੂੰ ਪੂਰੇ ਅਸਮਾਨਾਂ ਤੱਕ ਪਹੁੰਚਾ ਦਿੱਤਾ, ਭਾਵ ਕੁੱਲ ਕਾਇਨਾਤ ਵਿੱਚ ਭਾਈ ਲਹਿਣਾ ਜੀ ਦੀ ਸ਼ੋਭਾ ਗੁਰੂ ਅੰਗਦ ਦੇ ਪਾਤਸ਼ਾਹ ਦੇ ਰੂਪ ਵਿੱਚ ਪਹੁੰਚ ਗਈ। ਜੋਤ ਸਮਾਣੀ ਜੋਤ ਮਾਹੀ, ਆਪ ਆਪੈ ਸੇਤੀ ਮਿਕਿਉਨ। ਜੋਤ ਸਮਾਣੀ ਜੋਤ ਮਾਹੀ, ਮਨ ਹੁਣ ਜੋਤ ਸਮਾ ਗਈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਗੁਰੂ ਅੰਗਦ ਦੇ ਪਾਤਸ਼ਾਹ ਦੀ ਵਿਚਾਰਧਾਰਾ ਇੱਕ ਹੈ। ਹੁਣ ਮਨ ਜੋਤੀ ਚ ਜੋਤ ਲੀਨ ਹੋ ਗਈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਅੰਦਰ ਦੀ ਸਿਧਾਂਤਕ ਜੋਤ ਦਾ ਦੀਵਾ ਭਾਈ ਲਹਿਣਾ ਦੇ ਅੰਦਰ ਵੀ ਬਾਲ ਦਿੱਤਾ। ਹੁਣ ਜੋਤ ਮਿਲ ਗਈ। ਜਿਵੇਂ ਮੰਨ ਦੋ ਜਗ ਦੇ ਦੀਵੇ ਇੱਕੋ ਜਿਹੇ ਹੁੰਦੇ ਨੇ, ਫਰਕ ਨਹੀਂ। ਇਸੇ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇ ਪਾਤਸ਼ਾਹ ਚ ਬਿਲਕੁਲ ਫਰਕ ਨਹੀਂ, ਇੱਕ ਹੋ ਗਏ। ਆਪਣੇ ਬਰਾਬਰ ਕਰ ਲਿਆ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਬਣਾ ਕੇ। ਜੋਤ ਸਮਾਣੀ ਜੋਤ ਮਾਹੀ, ਆਪ ਆਪੈ ਸੇਤੀ ਮਿਕਿਉਨ। ਮਿਕਿਉਨ ਮੈਨੇ ਆਪਣੇ ਬਰਾਬਰ ਕਰ ਦਿੱਤਾ। ਜਿਵੇਂ ਪੰਜਾਬ ਦੀ ਧਰਤੀ ਕਬੱਡੀ ਦੀ ਖੇਡ ਜਦੋਂ ਖੇਡੀ ਜਾਂਦੀ ਹੈ, ਤੇ ਜਦੋਂ ਖਿਡਾਰੀ ਚੁਣੇ ਜਾਂਦੇ ਨੇ, ਇੱਕ ਦੂਜੇ ਦੇ ਵਿਰੋਧੀ ਜਿਹੜੇ ਬਰਾਬਰ ਲੜਦੇ ਨੇ, ਬਕਾਇਦਾ ਉਹਨਾਂ ਦੀ ਤਾਕਤ ਬਰਾਬਰ ਤੇ ਉਹਨਾਂ ਦੇ ਕੱਦ ਬਰਾਬਰ ਦੇਖ ਕੇ, ਮਿਕ ਕੇ, ਫਿਰ ਉਹ ਆਪਸ ਦੇ ਵਿੱਚ ਘੋਲ ਕਰਦੇ ਨੇ ਜਾਂ ਕਬੱਡੀ ਖੇਡਦੇ ਨੇ। ਪਹਿਲਾਂ ਮਿਕ ਕੇ ਆਉਂਦੇ ਨੇ। ਜਦੋਂ ਉਹਨਾਂ ਦੇ ਕੱਦ ਨੂੰ ਨਾਪਿਆ ਜਾਂਦਾ ਹੈ ਤੇ ਉਹਨਾਂ ਦੀ ਤਾਕਤ ਬਰਾਬਰ ਦੇਖੀ ਜਾਂਦੀ ਹੈ, ਜਿਵੇਂ ਅੱਜ ਕੱਲ੍ਹ ਏਜ ਵੀ ਦੇਖੀ ਜਾਂਦੀ ਹੈ, ਉਹਨੂੰ ਕਹਿੰਦੇ ਨੇ ਮਿਕਣਾ। ਮੰਨ ਕਬੱਡੀ ਦੀ ਖੇਡ ਵੇਲੇ ਜਿਵੇਂ ਇੱਕੋ ਜਿਹੀ ਤਾਕਤ, ਇੱਕੋ ਜਿਹੇ ਕੱਦ ਵਾਲੇ ਲੜਕੇ ਪਹਿਲਾਂ ਮਿਕ ਕੇ ਆਉਂਦੇ ਨੇ, ਬਰਾਬਰ ਦੇ ਆਉਂਦੇ ਨੇ, ਫਿਰ ਆਪਸ ਦੇ ਵਿੱਚ ਉਹ ਲੜਦੇ ਨੇ ਜਾਂ ਖੇਡਦੇ ਨੇ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬਰਾਬਰ ਮਿਕ ਲਿਆ, ਭਾਈ ਲਹਿਣਾ ਜੀ ਨੂੰ ਆਪਣੇ ਬਰਾਬਰ ਦਾ ਕਰ ਲਿਆ, ਤੇ ਆਪਣੇ ਬਰਾਬਰ ਦਾ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਬਣਾ ਦਿੱਤਾ। ਜੋਤ ਸਮਾਣੀ ਜੋਤ ਮਾਹੀ, ਆਪ ਆਪੈ ਸੇਤੀ ਮਿਕਿਉਨ। ਆਪਣੇ ਆਪੇ ਦੇ ਬਰਾਬਰ ਮਿਕ ਦਿੱਤਾ, ਭਾਵ ਆਪਣੇ ਬਰਾਬਰ ਕਰ ਦਿੱਤਾ। ਸਿੱਖਾਂ ਪੁੱਤਰਾਂ ਕੋਖ ਕਹਿ, ਸਭ ਉਮਤ ਵੇਖੋ ਜੇ ਕਿਉਂ। ਸਿੱਖਾਂ ਨੂੰ ਤੇ ਪੁੱਤਰਾਂ ਨੂੰ ਕੋਖਿਆ, ਪਰਖਿਆ। ਇਹ ਨਹੀਂ ਵੀ ਨਹੀਂ ਪਰਖਿਆ, ਸਿੱਖਾਂ ਦੀ ਵੀ ਪਰਖ ਹੋਈ। ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੀ ਪਰਖ ਵੀ ਕੀਤੀ। ਔਰ ਕੋਖ ਕੇ ਮੈਨੇ ਪਰਖ ਕਰਕੇ, ਸਭ ਉਮਤ ਵੇਖੋ, ਇਹ ਸਾਰੀ ਸੰਗਤ ਵੇਖੋ। ਉਮਤ ਮੈਨੇ ਸੰਗਤ, ਇਹ ਸਾਧ ਸੰਗਤ ਦੇਖੋ। ਜੇ ਕਿਉਂ, ਜੋ ਕੁਝ ਕੀਤਾ ਗੁਰੂ ਨਾਨਕ ਸਾਹਿਬ ਨੇ, ਕੀ ਕੀਤਾ? ਜਾਂ ਸੁਧੋਸ ਤਾਂ ਲਹਿਣਾ ਟਿਕਿਉਨ। ਜਦੋਂ ਸੋਧਿਆ ਤੇ ਉਦੋਂ ਭਾਈ ਲਹਿਣਾ ਜੀ ਟਿਕੇ, ਭਾਵ ਲਹਿਣਾ ਜੀ ਚੁਣੇ ਗਏ। ਜਾਂ ਸੁਧੋਸ, ਜਿਹੜਾ ਉਸ ਲਫ਼ਜ਼ ਅਖੀਰ ਤੇ ਆਉਂਦਾ ਹੈ, ਗੁਰਬਾਣੀ ਚ ਬਹੁਤ ਥਾਵਾਂ ਤੇ ਆਉਂਦਾ ਵਾ। ਜਿਵੇਂ ਸ਼ਹਿ ਟਿੱਕਾ ਦਿੱਤੋਸ, ਜੀਵਦਾ। ਪੁੱਤਰ ਮੀਤ ਧਨ ਕਿਛੂ ਨਾ ਰਹਿਓਸ। ਜਾਂ ਦੋਏ ਭਾਈ ਵਿਗੁਚੀਏ ਗਲ ਪਈਸ, ਸਭੇ ਤੇਰਾ ਨਿਖੁਟੀਅਸ। ਇੱਕ ਪੌਲਥੀ ਨਾਤਿਆਂ ਦੋਏ ਪਾ ਚੜੀਅਸ। ਆਹ ਸ ਕੀ ਅਖੀਰ ਤੇ ਸੱਸੀ ਨੂੰ ਔਂਕੜ। ਇਹ ਸੱਸਾ ਦਾ ਜਿਹੜਾ ਔਂਕੜ ਹੈ, ਅਸਲ ਚ ਭੂਤਕਾਲ ਕਿਰਿਆ ਦਾ ਪੜਨਾਮ ਹੈ। ਇਹਦਾ ਪੂਰਾ ਸ਼ਬਦ ਹੈ ਉਸ। ਭੂਤਕਾਲ ਕਿਰਿਆ ਦਾ ਪੜਨਾਮ ਉਸ ਹੈ। ਇਹ ਜਿਹੜਾ ਅਖੀਰ ਤੇ ਸੱਸੀ ਨੂੰ ਔਂਕੜ ਲੱਗੀ ਹੈ, ਇਹ ਸ਼ਾਰਟ ਰੂਪ ਦੇ ਵਿੱਚ ਹੈ। ਸੁਧੋਸ, ਉਸ ਨੂੰ ਸੋਧਿਆ। ਸੁਧ ਉਸ, ਇਹ ਦੋ ਲਫ਼ਜ਼ਾਂ ਨੂੰ ਮਿਲਾ ਕੇ ਸੁਧ ਤੇ ਉਸ, ਸੁਧ ਪਲੱਸ ਉਸ, ਇਹ ਬਣ ਗਿਆ ਉਸ ਨੂੰ ਸੋਧਿਆ। ਸ਼ਾ ਟਿੱਕਾ ਦਿੱਤੋਸ, ਦਿੱਤੋਸ ਮੈਨੇ ਦਿੱਤਾ ਉਸ, ਭਾਵ ਉਸ ਨੂੰ ਦਿੱਤਾ। ਸ ਦੀ ਔਂਕੜ ਜਿਹੜੀ ਹੈ, ਇਹ ਭੂਤਕਾਲ ਦੀ ਕਿਰਿਆ ਦਾ ਪੜਨਾਮ ਉਸ ਹੈ। ਇਹ ਉਸ ਹੈ। ਦੋਏ ਭਾਈ ਵਿਗੁਚੀ ਹੈ ਗਲ ਪਈਸ, ਜਮ ਕੀ ਫਾਸ। ਪਈਸ ਦੋ ਲਫ਼ਜ਼ਾਂ ਨੂੰ ਮਿਲਾ ਕੇ ਬਣਿਆ ਪਈ ਉਸ, ਉਸ ਨੂੰ ਪਈ, ਇਹ ਉਸ ਲਫ਼ਜ਼ ਹੈ। ਪੁੱਤਰ ਮੀਤ ਧਨ ਕਿਛੂ ਨਾ ਰਹਿਓਸ,
ਉਸ ਦਾ ਰਹਿਆ, ਭਾਵ ਪੁੱਤਰ ਮਿੱਤਰ ਧਨ ਉਹਦਾ ਰਿਹਾ ਹੀ ਨਹੀਂ ਕੁਛ ਵੀ। ਇੱਕ ਪੌਲਥੀ ਨਾਤਿਆਂ ਦੋਏ ਪਾ ਚੜੀਏ ਸੋਰ, ਉਸ ਨੂੰ ਚੜਿਆ, ਚੜਿਆ ਪਲੱਸ ਉਸ ਨੂੰ ਚੜਿਆ। ਜਾਂ ਸੁਦੋਸ, ਜਦੋਂ ਸੋਧਿਆ ਉਸ ਨੂੰ, ਕਿਹਨੂੰ? ਭਾਈ ਲਹਿਣਾ ਜੀ ਨੂੰ। ਤੇ ਕੌਣ ਟਿਕਿਆ ਫਿਰ? ਤਾਂ ਲਹਿਣਾ ਟਿਕਿਓਨ। ਲਹਿਣਾ ਜੀ ਟਿਕੇ। ਜਦੋਂ ਭਾਈ ਲਹਿਣਾ ਜੀ ਨੂੰ, ਜਦੋਂ ਭਾਈ ਲਹਿਣਾ ਜੀ ਦੀ ਸੁਧਾਈ ਕੀਤੀ ਤੇ ਭਾਈ ਲਹਿਣਾ ਜੀ ਹੀ ਟਿਕ ਗਏ, ਭਾਵ ਭਾਈ ਲਹਿਣਾ ਜੀ ਪ੍ਰਵਾਨ ਚੜ ਗਏ। ਜਾਂ ਸੁਦੋਸ ਤਾਂ ਲਹਿਣਾ ਟਿਕਿਓਨ। ਇਸ ਪਰਖ ਦੇ ਵਿੱਚ, ਹੁਕਮ ਮੰਨਣ ਦੀ ਪਰਖ ਦੇ ਵਿੱਚ, ਗੁਰਮਤਿ ਵਿਚਾਰਧਾਰਾ ਨੂੰ ਸਮਝਣ ਦੀ ਪਰਖ ਦੇ ਵਿੱਚ ਭਾਈ ਲਹਿਣਾ ਜੀ ਟਿਕ ਗਏ, ਚੁਣੇ ਗਏ, ਸੋਧਿਆ ਉਹਨਾਂ ਨੂੰ ਤੇ ਉਹ ਪ੍ਰਵਾਨ ਚੜ ਗਏ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਇਹ ਵਿਚਾਰ ਸਤਿਗੁਰੂ ਪਾਤਸ਼ਾਹ ਆਪ ਕਰਾ ਲੈਣ ਅਤੇ ਸ਼ੁੱਧ ਅਤੇ ਉਚਾਰਨ ਵੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।